Hello everyone, this is Sakshi Agarwal from Malerkotla. I welcome you all on मेहनती बच्चे. I hope you all are doing well. ਤੁਸੀਂ ਆਪਣੀ ਫੈਮਿਲੀ ਦਾ ਧਿਆਨ ਬਹੁਤ ਵਧੀਆ ਢੰਗ ਨਾਲ ਰੱਖ ਰਹੇ ਹੋਗੇ. ਸੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਜਨਵਰੀ 2020 ਤੋਂ ਲੈ ਕੇ ਜੂਨ 2020 ਤੱਕ ਦੇ ਇੰਪੋਰਟੈਂਟ ਕਰੰਟ ਅਫੇਅਰਸ ਡਿਸਕਸ ਕਰਾਂਗੇ. ਇਹ 8th ਪਾਰਟ ਹੈ. ਇਸ ਤੋਂ ਪਹਿਲਾਂ 7 ਪਾਰਟਸ ਅਪਲੋਡ ਹੋ ਚੁੱਕੇ ਹਨ. ਸੋ ਇਹ ਵੀਡੀਓਜ਼ ਦੇਖਣ ਦੇ ਨਾਲ ਤੁਹਾਡੇ ਜਿੰਨੇ ਵੀ ਇੰਪੋਰਟੈਂਟ ਕਰੰਟ ਅਫੇਅਰ ਹੈ ਇਹ 6 ਮੰਥਸ ਦੇ ਸਾਰੇ ਕਵਰ ਹੋ ਜਾਣਗੇ. ਓਕੇ, ਤੇ ਨਾਲ ਹੀ ਇਹ ਵੀਡੀਓਜ਼ ਦੀ ਜਿਹੜੀ PDF ਹੈ ਉਹ ਤੁਸੀਂ www.mehnatibacche.com 'ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ. ਅਤੇ ਡਿਫਰੈਂਟ ਸਬਜੈਕਟਸ ਦੇ ਉੱਪਰ ਵੀਡੀਓਜ਼ ਵੀ ਅਵੇਲੇਬਲ ਹੈ ਚੈਨਲ 'ਤੇ. ਅਤੇ ਨਾਲ ਹੀ ਡੇਲੀ ਬੇਸਿਸ 'ਤੇ ਟੈਲੀਗ੍ਰਾਮ, ਇੰਸਟਾਗ੍ਰਾਮ, ਫੇਸਬੁੱਕ ਦੇ ਉੱਪਰ ਕਰੰਟ ਅਫੇਅਰ 'ਤੇ ਕੁਇਜ਼ ਅਪਲੋਡ ਕੀਤੇ ਜਾਂਦੇ ਆ. ਸੋ ਤੁਸੀਂ ਉਹਨੂੰ ਵੀ ਜ਼ਰੂਰ ਦੇਖਿਆ ਕਰੋ ਬਿਕੋਜ਼ ਉਹ ਵੀ ਤੁਹਾਡੇ ਐਗਜ਼ਾਮਸ 'ਚ ਬਹੁਤ ਕੰਮ ਆਉਣਗੇ. ਓਕੇ, ਸੋ ਅਗਰ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਨੂੰ ਮਿਲਦੀ ਰਹੇ ਤਾਂ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰੋ. ਅਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰੋ. ਅਗਰ ਵੀਡੀਓਜ਼ ਅੱਛੀਆਂ ਲੱਗਦੀਆਂ ਲਾਈਕ ਕਰੋ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ. ਸੋ ਸਟਾਰਟ ਕਰਦੇ ਅੱਜ ਦੀ ਡਿਸਕਸ਼ਨ. ਸਭ ਤੋਂ ਪਹਿਲਾ ਜਿਹੜਾ ਕਰੰਟ ਅਫੇਅਰ ਹੈ ਉਹ ਆਰੋਗਿਆ ਸੇਤੂ ਮੋਬਾਈਲ ਐਪ ਦੇ ਨਾਲ ਰਿਲੇਟਿਡ ਹੈ. ਪੇਪਰ 'ਚ ਤੁਹਾਨੂੰ ਡਾਇਰੈਕਟਲੀ ਕੁਐਸਚਨ ਪੁੱਛ ਸਕਦੇ ਕਿ ਆਰੋਗਿਆ ਸੇਤੂ ਮੋਬਾਈਲ ਐਪ ਹੈ ਜਿਹੜੀ ਉਹ ਕਿਹਦੇ ਨਾਲ ਰਿਲੇਟਿਡ ਹੈ. ਸੋ COVID-19 ਦੇ ਨਾਲ ਰਿਲੇਟਿਡ ਹੈ. ਓਕੇ, ਦ ਗਵਰਨਮੈਂਟ ਲਾਂਚ ਅ ਮੋਬਾਈਲ ਐਪ ਡਿਵੈਲਪਡ ਇਨ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਟੂ ਬ੍ਰਿੰਗ ਪੀਪਲ ਆਫ ਇੰਡੀਆ ਟੂਗੈਦਰ ਇਨ ਅ ਰੈਜ਼ੋਲਿਊਟ ਫਾਈਟ ਅਗੇਂਸਟ COVID-19. ਦ ਐਪ ਕਾਲਡ ਆਰੋਗਿਆ ਸੇਤੂ joins Digital India for the health and well-being of every Indian. The app will enable people to assess themselves the risk of catching the coronavirus infection. ਇਹ ਜਿਹੜੀ ਐਪ ਹੈ ਉਹ ਲੋਕਾਂ ਦੀ ਕੀ ਹੈਲਪ ਕਰੂਗੀ ਕਿ ਲੋਕਾਂ ਨੂੰ ਪਤਾ ਲੱਗ ਜਾਊਗਾ ਕਿ ਉਹ ਕਿੰਨੇ ਕੁ ਰਿਸਕ 'ਤੇ ਨੇ ਇਨਫੈਕਸ਼ਨ ਹੋਣ ਦੇ. ਠੀਕ ਹੈ, ਕਰੋਨਾ ਵਾਇਰਸ ਦਾ. The app will help the government take necessary timely steps for assessing risk of spread of COVID-19 infection and ensuring isolation where required. ਤੇ ਗਵਰਨਮੈਂਟ ਦੀ ਐਪ ਕਿਵੇਂ ਹੈਲਪ ਕਰੂਗੀ? ਗਵਰਨਮੈਂਟ ਦੀ ਹੈਲਪ ਕਰੂਗੀ ਸਟੈਪਸ ਲੈਣ ਦੇ ਵਿੱਚ ਕਿ ਅਸੈਸ ਕਰਕੇ ਕਿ ਕਿੰਨਾ ਰਿਸਕ ਹੈ COVID-19 ਇਨਫੈਕਸ਼ਨ ਦੇ ਸਪਰੈਡ ਹੋਣ ਦਾ. ਸੋ ਉਹ ਰਿਸਕ ਨੂੰ ਦੇਖਦੇ ਹੋਏ ਗਵਰਨਮੈਂਟ ਟਾਈਮਲੀ ਐਕਸ਼ਨਸ ਲੈ ਸਕਦੀ ਹੈ. ਠੀਕ ਹੈ, ਤਾਂ ਕਿ ਉਸ ਚੀਜ਼ ਨੂੰ ਰੋਕਿਆ ਜਾ ਸਕੇ. ਉਹ ਤੋਂ ਬਾਅਦ ਨੈਕਸਟ ਕਰੰਟ ਅਫੇਅਰ ਹੈ ਰਿਗਾਰਡਿੰਗ ਸਾਊਦੀ ਅਰੇਬੀਆ. ਸਾਊਦੀ ਅਰੇਬੀਆ ਨੇ ਦੋ ਚੀਜ਼ ਕੀਤੀ. ਇੱਕ ਤਾਂ ਉਹਨਾਂ ਨੇ ਜਿਹੜੀ ਪ੍ਰੈਕਟਿਸ ਹੈ ਫਲੋਗਿੰਗ ਦੀ ਉਹਨੂੰ ਐਂਡ ਕਰਤਾ. ਅਤੇ ਸੈਕਿੰਡ ਕੀ ਹੈ ਕਿ ਉਹਨਾਂ ਨੇ ਡੈਥ ਪੈਨੈਲਿਟੀ ਜੋ ਕਿ ਮਾਈਨਰਸ ਨੇ ਅਗਰ ਕੋਈ ਕ੍ਰਾਈਮ ਕੀਤਾ ਹੁੰਦਾ ਸੀ ਉਹਨਾਂ ਨੂੰ ਡੈਥ ਪੈਨਲਟੀ ਦਿੱਤੀ ਜਾਂਦੀ ਸੀ. ਸੋ ਉਹਨਾਂ ਨੇ ਹੁਣ ਇਸ ਚੀਜ਼ ਦਾ ਵੀ ਐਂਡ ਕਰਤਾ. ਤੁਸੀਂ ਇਹ ਦੋ ਚੀਜ਼ਾਂ ਯਾਦ ਰੱਖਣੀਆਂ ਨੇ. ਓਕੇ, ਉਹ ਤੋਂ ਬਾਅਦ ਨੈਕਸਟ ਥਰਡ ਕਰੰਟ ਅਫੇਅਰ ਹੈ ਰਿਗਾਰਡਿੰਗ ਅਰਥ ਡੇ. ਵੈਰੀ ਇੰਪੋਰਟੈਂਟ. ਓਕੇ, ਸਭ ਤੋਂ ਪਹਿਲਾਂ ਤਾਂ ਇਹੀ ਪਤਾ ਹੋਣਾ ਚਾਹੀਦਾ ਕਦੋਂ ਮਨਾਉਂਦੇ ਆ. 22 ਅਪ੍ਰੈਲ ਨੂੰ. Okay, the day is celebrated worldwide to demonstrate support for environmental protection. The day was proposed at UNESCO conference in 1969 and the first Earth Day celebrations took place in 1970. ਅਗਰ ਗੱਲ ਕੀਤੀ ਜਾਵੇ ਕਿ ਜਿਹੜਾ ਇਹ ਡੇ ਹੈ ਉਹ ਯੂਨੈਸਕੋ ਦੀ ਜਿਹੜੀ ਕਾਨਫਰੰਸ ਹੋਈ ਸੀ 1969 ਦੇ ਵਿੱਚ ਉਹਦੇ ਵਿੱਚ ਪ੍ਰਪੋਜ਼ ਕੀਤਾ ਗਿਆ ਅਤੇ 1970 ਤੋਂ ਆਪਾਂ ਇਹਨੂੰ ਮਨਾਉਂਦੇ ਆ ਰਹੇ ਹਾਂ. ਯਾਨੀ ਕਿ 2020 ਦੇ ਵਿੱਚ ਹੁਣ ਇਹਨੂੰ 50 ਈਅਰਸ ਹੋ ਜਾਣਗੇ. ਓਕੇ, ਦ ਡੇ ਏਮਸ ਟੂ ਰੇਜ਼ ਅਵੇਅਰਨੈਸ ਅਮੰਗ ਮਾਸਿਸ ਅਬਾਊਟ ਕਲਾਈਮੇਟ ਚੇਂਜ ਐਂਡ ਗਲੋਬਲ ਵਾਰਮਿੰਗ. ਜਿਹੜਾ ਇਹਦਾ ਮੇਨ ਏਮ ਹੈ ਡੇ ਦਾ ਉਹ ਕੀ ਹੈ ਕਿ ਜਿਹੜੇ ਲੋਕ ਹੈ ਉਹਨਾਂ ਨੂੰ ਅਵੇਅਰ ਕਰਨਾ ਕਲਾਈਮੇਟ ਚੇਂਜ ਦੇ ਰਿਗਾਰਡਿੰਗ ਅਤੇ ਨਾਲ ਹੀ ਗਲੋਬਲ ਵਾਰਮਿੰਗ ਦੇ ਰਿਗਾਰਡਿੰਗ. The day inspires to act towards the protection of environment and focus on the need for conservation. ਤੇ ਜਿਹੜਾ ਇਹ ਦਿਨ ਹੈ ਇੰਸਪਾਇਰ ਕਰਦਾ ਹੈ ਮਾਸਿਸ ਨੂੰ ਕਿ ਉਹ ਸਟੈਪਸ ਉਠਾਉਣ ਤਾਂ ਕਿ ਇਨਵਾਇਰਮੈਂਟ ਨੂੰ ਪ੍ਰੋਟੈਕਟ ਕੀਤਾ ਜਾਵੇ ਅਤੇ ਨਾਲ ਹੀ ਐਸੀ ਚੀਜ਼ਾਂ ਦੇ ਉੱਪਰ ਫੋਕਸ ਕਰਨ ਲੋਕ ਜਿਹਦੇ ਨਾਲ ਆਪਾਂ ਇਨਵਾਇਰਮੈਂਟ ਦੀ ਕੰਜ਼ਰਵੇਸ਼ਨ ਕਰ ਸਕੀਏ. ਓਕੇ, ਅਤੇ ਜਿਹੜਾ ਇਹ ਦਿਨ ਉਹ ਇੰਸਪਾਇਰ ਕਰਦਾ to act towards the protection of environment and focus on the need for conservation. ਤੇ ਅਗਰ ਆਪਾਂ ਥੀਮ ਦੀ ਗੱਲ ਕਰੀਏ, ਥੀਮ ਕੀ ਹੈ? ਕਲਾਈਮੇਟ ਐਕਸ਼ਨ. ਓਕੇ, ਸੋ ਥੀਮ ਯਾਦ ਰੱਖਣਾ ਕਦੋਂ ਮਨਾਉਂਦੇ ਹੈ ਅਤੇ ਕਦੋਂ ਤੋਂ ਇਹਦੀ ਸ਼ੁਰੂਆਤ ਹੋਈ ਹੈ ਉਹ ਯਾਦ ਰੱਖ. ਓਕੇ, ਉਹ ਤੋਂ ਬਾਅਦ ਸੋ ਨੈਕਸਟ ਕਰੰਟ ਅਫੇਅਰ ਹੈ ਰਿਗਾਰਡਿੰਗ ਵਰਲਡ ਹੋਮੋਪੈਥੀ ਡੇ. ਦੈਟ ਇਜ਼ 10th ਅਪ੍ਰੈਲ ਨੂੰ ਸੈਲੀਬ੍ਰੇਟ ਕਰਦੇ ਹਾਂ. ਅਤੇ ਕਿਉਂ ਕਰਦੇ ਹਾਂ? ਬਿਕੋਜ਼ ਇਸ ਦਿਨ ਬਰਥਡੇ ਹੁੰਦਾ ਹੈ ਜਿਨ੍ਹਾਂ ਨੂੰ ਫਾਦਰ ਆਫ ਹੋਮੋਪੈਥਿਕ ਸਿਸਟਮ ਵੀ ਬੋਲਿਆ ਜਾਂਦਾ. ਉਹਨਾਂ ਦਾ ਨਾਮ ਕੀ ਹੈ? ਡਾਕਟਰ ਸੈਮੂਅਲ ਹੈਨੇਮਨ. ਓਕੇ, ਸੋ ਇਹਨਾਂ ਦਾ ਨਾਮ ਇੰਪੋਰਟੈਂਟ ਹੈ ਬਿਕੋਜ਼ ਤੁਹਾਨੂੰ ਪੇਪਰ 'ਚ ਡਾਇਰੈਕਟਲੀ ਕੁਐਸਚਨ ਪੁੱਛ ਸਕਦੇ ਆ ਹੂ ਇਜ਼ ਨੋਨ ਐਜ਼ ਫਾਦਰ ਆਫ ਹੋਮੋਪੈਥਿਕ ਸਿਸਟਮ. ਓਕੇ, ਸੋ ਤੁਸੀਂ ਯਾਦ ਰੱਖਿਓ ਜਿਹੜੇ ਡਾਕਟਰ ਸੈਮੂਅਲ ਹੈ ਉਹਨਾਂ ਦਾ ਬਰਥ ਪੈਰਿਸ ਫਰਾਂਸ ਦੇ ਵਿੱਚ ਹੋਇਆ. ਹੀ ਵਾਜ਼ ਜਰਮਨ physician who was an acclaimed scientist and a great scholar and linguistic. He discovered way to heal through the use of homeopathy. ਇਹਨਾਂ ਨੇ ਦੱਸਿਆ ਸੀ ਕਿ ਕਿਵੇਂ ਹੋਮੋਪੈਥੀ ਦੀ ਹੈਲਪ ਦੇ ਨਾਲ ਆਪਾਂ ਹੀਲ ਕਰ ਸਕਦੇ ਹਾਂ.
ठीक है, डिजीज़ ਨੂੰ। ओके सो अगर आप थीम की गल करिए तो 2020 का थीम की सी लिंकिंग रिसर्च विद एजुकेशन एंड क्लीनिकल प्रैक्टिस एडवांसिंग साइंटिफिक कोलैबोरेशंस। ओके उस तो बाद नैक्सट करंट अफेयर है रिगार्डिंग US तालिबान साइन पीस डील फॉर फेस्ड विड्रॉल ऑफ अमेरिकन ट्रुप्स फ्रॉम अफगानिस्तान। US ते तालिबान ने एक पीस डील साइन की है कि जल्द ही फेस्ड मैनर दे विच जिहड़े अमेरिकन ट्रुप्स हैं उन्होंने अफगानिस्तान तो हटाया जाऊगा। ओके जिहड़ी ये डील है वो कित्थे साइन की गई सी, दोहा दे विच। ओके उस तो बाद नैक्सट याद रखना है कि इंडिया ने भी अटेंड की सी जिहड़ी ये मीटिंग सी, ठीक है, एज ऑब्जर्वर। ओके India has been important stakeholder in peace and reconciliation process in Afghanistan. The landmark deal will see a phased withdrawal of thousands of US soldiers from Afghanistan. It was more than 18 years ago that United States had ordered an attack on Taliban following the tragic 9/11 happening in America. America ਦੇ ਵਿੱਚ ਜਿਹੜਾ ਅਟੈਕ ਹੋਇਆ ਸੀ ਉਹ ਤੋਂ ਬਾਅਦ यूनाइटेड स्टेट्स ने ऑर्डर देता सी कि तालिबान के उपर अटैक किया जाऊगा तो उत्थे डिप्लॉय किए जाएंगे अमेरिकन ट्रुप्स, ठीक है। सो हुण ਉਹ ਉੱਥੋਂ ਜਿਹੜੇ ਆਪਣੇ ਟਰੂਪਸ ਉਹਨਾਂ ਨੂੰ ਵਾਪਸ ਬੁਲਾ ਰਹੇ ਹੈ। ਅਹੈਡ ਆਫ ਸਾਈਨਿੰਗ ਆਫ ਡੀਲ ਦ US ਐਂਡ ਤਾਲਿਬਾਨ ਹੈਡ ਐਗਰੀਡ ਟੂ ਅ 7-day ਕੂਲਿੰਗ ਆਫ ਪੀਰੀਅਡ ਵਿਚ ਪਾਸਡ ਆਫ ਪੀਸਫੁਲੀ। ਓਕੇ ਉਹ ਤੋਂ ਬਾਅਦ ਹੁਣ ਇਹਦੇ ਵਿੱਚ ਤੁਸੀਂ ਯਾਦ ਰੱਖਿਓ ਕਿ ਜਿਹੜਾ ਪੀਸ ਡੀਲ ਐਗਰੀਮੈਂਟ ਹੈ US ਤੇ ਤਾਲਿਬਾਨ ਦੇ ਵਿੱਚ ਸਾਈਨ ਹੋਇਆ ਹੈ, ਇਹ ਹਿਸਟੋਰਿਕ ਇਵੈਂਟ ਹੋਇਆ ਕਿਤੇ ਸੀ, ਦੋਹਾ ਦੇ ਵਿੱਚ ਹੋਇਆ ਸੀ ਤੇ ਇੰਡੀਆ ਨੇ ਐਜ਼ ਆਬਜ਼ਰਵਰ ਇਹਨੂੰ ਅਟੈਂਡ ਕੀਤਾ ਸੀ ਇਹ ਇਵੈਂਟ ਨੂੰ। ਓਕੇ ਨੈਕਸਟ ਵਰਲਡ ਵਾਈਲਡ ਲਾਈਫ ਡੇ ਕਦੋਂ ਮਨਾਉਂਦੇ ਆ? 3 ਮਾਰਚ ਨੂੰ। ਓਕੇ ਇਹਨੂੰ WWD ਵੀ ਬੋਲਦੇ ਆ ਵਰਲਡ ਵਾਈਲਡ ਲਾਈਫ ਡੇ ਨੂੰ, ਤੇ ਇਹਨੂੰ 3 ਮਾਰਚ ਨੂੰ ਸੈਲੀਬ੍ਰੇਟ ਕੀਤਾ ਜਾਂਦਾ। ਅਗਰ ਆਪਾਂ ਇਹਦੇ ਏਮ ਦੀ ਗੱਲ ਕਰੀਏ ਕੀ ਹੈ? ਟੂ ਐਕਨੋਲੇਜ ਦ ਇੰਪੋਰਟੈਂਸ ਆਫ ਵਾਈਲਡ ਲਾਈਫ ਸਪੀਸ਼ੀਜ਼ ਇਨ ਮੇਨਟੇਨਿੰਗ ਦ ਇਕੋਲੋਜੀਕਲ ਬੈਲੈਂਸ ਆਫ ਔਨ ਅਰਥ, ਕਿ ਇੰਪੋਰਟੈਂਸ ਹੈ ਵਾਈਲਡ ਲਾਈਫ ਸਪੀਸ਼ੀਜ਼ ਦੀ। ਅਗਰ ਆਪਾਂ ਨੇ ਅਰਥ ਦੇ ਉੱਪਰ ਇਕੋਲੋਜੀਕਲ ਬੈਲੈਂਸ ਬਣਾ ਕੇ ਰੱਖਣਾ ਹੈ ਉਹਦੇ ਵਿੱਚ ਵਾਈਲਡ ਲਾਈਫ ਸਪੀਸ਼ੀਜ਼ ਵੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਿਆਂ ਨੇ। ਇਹੀ ਏਮ ਹੈ ਇਹ ਦਿਨ ਨੂੰ ਮਨਾਉਣ ਦਾ। ਇਟ ਆਲਸੋ ਏਮਸ ਟੂ ਕ੍ਰੀਏਟ ਅਵੇਅਰਨੈਸ ਅਮੰਗ ਹਿਊਮਨ ਅਬਾਊਟ ਦ ਇੰਪੋਰਟੈਂਸ ਆਫ ਵਾਈਲਡ ਲਾਈਫ ਐਂਡ ਟਰਾਈਜ਼ ਟੂ ਕਰਬ ਦ ਵੇਰੀਅਸ ਡੇਂਜਰਸ ਡਾਇਰੈਕਟਿਡ ਟੂਵਰਡਸ ਦ ਫਲੋਰਾ ਐਂਡ ਫੌਨਾ। ਅਗਰ ਆਪਾਂ ਥੀਮ ਦੀ ਗੱਲ ਕਰੀਏ ਤਾਂ ਥੀਮ ਕੀ ਇਸ ਸਾਲ ਦਾ ਸਸਟੇਨਿੰਗ ਆਲ ਲਾਈਫ ਔਨ ਅਰਥ। ਓਕੇ ਸੋ ਨੈਕਸਟ ਕਰੰਟ ਅਫੇਅਰ ਹੈ ਐਸੀ ਕਿਹੜੀ ਕੰਟਰੀ ਹੈ ਜਿਹਨੇ ਕਿ ਪਬਲਿਕ ਟਰਾਂਸਪੋਰਟ ਨੂੰ ਫ੍ਰੀ ਬਣਾਤਾ? ਸੋ ਕਿਹੜੀ ਕੰਟਰੀ ਹੈ? ਲਗਜ਼ਮਬਰਗ। ਬਸ ਤੁਸੀਂ ਇਹਦਾ ਨਾਮ ਯਾਦ ਰੱਖਣਾ ਹੈ। ਸੋ ਨੈਕਸਟ ਕਰੰਟ ਅਫੇਅਰ ਜਿਹੜਾ ਹੈ ਉਹ ਇੱਕ ਟਾਈਨੀ ਆਈਲੈਂਡ ਜਿਹਦੀ ਕਿ ਪਾਪੂਲੇਸ਼ਨ ਜਸਟ 1600 ਹੈ ਉਹਦੇ ਰਿਗਾਰਡਿੰਗ ਹੈ। ਸੋ ਟਾਈਨੀ ਆਈਲੈਂਡ ਦਾ ਨਾਮ ਕੀ ਹੈ? ਨਿਊ। ਓਕੇ ਇਹਨੂੰ ਡਿਕਲੇਅਰ ਕੀਤਾ ਗਿਆ ਵਰਲਡ ਦੀ ਫਸਟ ਡਾਰਕ ਸਕਾਈ ਨੇਸ਼ਨ। ਅਗਰ ਤੁਸੀਂ ਇਹਦੀ ਲੋਕੇਸ਼ਨ ਦੀ ਗੱਲ ਕਰੋ ਤਾਂ ਆਸਟ੍ਰੇਲੀਆ ਦੇ ਕੋਲ ਤੁਸੀਂ ਇੱਥੇ ਦੇਖ ਸਕਦੇ ਹੋ ਆਹ ਆਈਲੈਂਡ ਹੈ ਛੋਟਾ ਜਿਹਾ। ਓਕੇ ਉਹ ਤੋਂ ਬਾਅਦ ਨੈਕਸਟ ਕਰੰਟ ਅਫੇਅਰ ਹੈ ਰਿਗਾਰਡਿੰਗ ਵਰਲਡ ਸਪੈਰੋ ਡੇ। ਕਦੋਂ ਮਨਾਉਂਦੇ ਹੈ? 20 ਮਾਰਚ। ਠੀਕ ਹੈ ਇਹ ਜਿਹੜਾ ਦਿਨ ਹੈ ਇਹਨੂੰ ਮਨਾਉਣ ਦਾ ਏਮ ਕੀ ਹੈ? ਅਵੇਅਰਨੈਸ ਫੈਲਾਉਣਾ ਸਪੈਰੋ ਦੇ ਬਾਰੇ ਕਿ ਕਿੰਨੀ ਜ਼ਰੂਰਤ ਹੈ ਉਹਨਾਂ ਨੂੰ ਬਚਾਉਣ ਦੀ, ਬਿਕੋਜ਼ ਉਹਨਾਂ ਦੀ ਜਿਹੜੀ ਪਾਪੂਲੇਸ਼ਨ ਹੈ ਉਹ ਬਹੁਤ ਜ਼ਿਆਦਾ ਘੱਟ ਰਹੀ ਹੈ। ਈਵਨ ਜਿਹੜੀ ਹਾਊਸ ਸਪੈਰੋਜ਼ ਹੈ ਉਹ ਐਕਸਟਿੰਕਟ ਹੋਣ ਦੀ ਕਗਾਰ 'ਤੇ ਆ ਗਈਆਂ ਨੇ। ਓਕੇ ਜਿਹੜਾ ਫਸਟ ਵਰਲਡ ਸਪੈਰੋ ਡੇ ਸੀ ਉਹਨੂੰ ਸੈਲੀਬ੍ਰੇਟ ਕੀਤਾ ਗਿਆ ਸੀ 2010 ਦੇ ਵਿੱਚ। ਹੁਣ ਜਿਹੜੀ ਸਪੈਰੋ ਹੈ ਉਹਨਾਂ ਦੀ ਪਾਪੂਲੇਸ਼ਨ ਕਿਉਂ ਘੱਟ ਰਹੀ ਹੈ? ਬਿਕੋਜ਼ ਬਹੁਤ ਜ਼ਿਆਦਾ ਪੈਸਟੀਸਾਈਡਸ ਦਾ ਯੂਜ਼ ਹੋ ਰਿਹਾ ਹੈ। ਠੀਕ ਹੈ ਬਿਲਡਿੰਗ ਦਾ ਜਿਹੜਾ ਬਣਾਉਣ ਦਾ ਪੈਟਰਨ ਹੈ ਉਹ ਚੇਂਜ ਕੀਤਾ ਜਾ ਰਿਹਾ। ਗਾਰਡਨਸ ਜਿਹੜੇ ਨੇ ਉਹ ਮਿਸ ਹੋ ਰਹੇ ਨੇ ਹਾਊਸਿਸ ਤੋਂ। ਓਕੇ ਸੋ ਇਹ ਮੇਨ ਕਾਰਨ ਹੈ ਕਿ ਸਪੈਰੋਜ਼ ਦੀ ਜਿਹੜੀ ਪਾਪੂਲੇਸ਼ਨ ਹੈ ਉਹ ਘੱਟ ਰਹੀ ਹੈ। ਉਹ ਤੋਂ ਬਾਅਦ ਨੈਕਸਟ ਕਰੰਟ ਅਫੇਅਰ ਹੈ ਰਿਗਾਰਡਿੰਗ ਵਰਲਡ ਹੈਪੀਨੈਸ ਰਿਪੋਰਟ 2020। ਇਹ ਇੰਪੋਰਟੈਂਟ ਹੈ। ਓਕੇ ਇਹਦੇ ਵਿੱਚ ਯਾਦ ਰੱਖਿਓ ਕਿ ਜਿਹੜੀ ਇਹ ਰਿਪੋਰਟ ਹੈ ਇਹਦੇ ਵਿੱਚ ਇੰਡੀਆ ਦਾ ਕਿਹੜਾ ਰੈਂਕ ਆਇਆ? 144। ਟੋਟਲ 156 ਚੋਂ ਇੰਡੀਆ ਦਾ 144 ਰੈਂਕ ਆਇਆ। ਓਕੇ ਅਗਰ ਆਪਾਂ ਗੱਲ ਕਰੀਏ ਫਸਟ ਰੈਂਕ ਦੀ, ਸੋ ਫਸਟ ਰੈਂਕ ਕਿਹਦਾ ਆਇਆ? ਫਿਨਲੈਂਡ ਦਾ, ਦੈਨ ਡੈਨਮਾਰਕ, ਦੈਨ ਸਵਿਟਜ਼ਰਲੈਂਡ। ਦ ਵਰਲਡ ਹੈਪੀਨੈਸ ਰਿਪੋਰਟ ਇਜ਼ ਐਨ ਐਨੂਅਲ ਸਰਵੇ। ਇਹ ਜਿਹੜਾ ਸਰਵੇ ਉਹ ਕਿਹਦੇ ਦੁਆਰਾ ਕੀਤਾ ਜਾਂਦਾ ਹੈ? ਸਸਟੇਨੇਬਲ ਡਿਵੈਲਪਮੈਂਟ ਸੋਲਿਊਸ਼ਨ ਨੈਟਵਰਕ ਫॉर ਯੂਨਾਈਟਿਡ ਨੇਸ਼ਨਸ ਦੇ ਦੁਆਰਾ। ਓਕੇ ਅਤੇ ਜਿਹੜਾ ਇਹ ਡਾਟਾ ਯੂਜ਼ ਕੀਤਾ ਗਿਆ ਰੈਂਕਿੰਗ ਨੂੰ ਕੱਢਣ ਦੇ ਲਈ ਉਹ 2018 ਤੇ 19 ਦਾ ਡਾਟਾ ਹੈ। ਓਕੇ ਅਗਰ ਆਪਾਂ ਲਾਸਟ ਰੈਂਕ ਦੀ ਗੱਲ ਕਰੀਏ ਤਾਂ ਅਫਗਾਨਿਸਤਾਨ ਲਾਸਟ 'ਤੇ ਆਇਆ ਅਤੇ ਉਸ ਤੋਂ ਉੱਪਰ ਸਾਊਥ ਸੁਦਾਨ ਐਂਡ ਜ਼ਿੰਬਾਬਵੇ। ਓਕੇ ਦੈਨ
ਨੈਕਸਟ ਕਰੰਟ ਅਫੇਅਰ ਹੈ ਰਿਗਾਰਡਿੰਗ ਵਰਲਡ ਮੈਟਰੋਲੋਜੀਕਲ ਡੇ, ਜਿਹਨੂੰ 23 ਮਾਰਚ ਨੂੰ ਮਨਾਇਆ ਜਾਂਦਾ ਹੈ। ਦੇਖੋ ਇਹਦੇ ਵਿੱਚ ਜਿੰਨੇ ਵੀ ਆਪਾਂ ਡੇਜ਼ ਡਿਸਕਸ ਕਰ ਰਹੇ ਹਾਂ ਉਹ ਕਾਫੀ ਇੰਪੋਰਟੈਂਟ ਹੈ, ਸੋ ਇਹਨਾਂ ਨੂੰ ਇੱਕ ਵਾਰ ਤੁਸੀਂ ਜ਼ਰੂਰ ਅੱਛੇ ਤਰੀਕੇ ਨਾਲ ਕਰਕੇ ਜਾਈਓ। ਓਕੇ, ਸੋ ਜਿਹੜਾ ਵਰਲਡ ਮੈਟਰੋਲੋਜੀਕਲ ਡੇ ਹੈ 23 ਮਾਰਚ ਨੂੰ ਮਨਾਇਆ ਜਾਂਦਾ ਹੈ। ਓਕੇ, ਇਹਦੀ ਸ਼ੁਰੂਆਤ ਕੀਤੀ ਗਈ ਸੀ 1950 ਤੋਂ ਇਹਨੂੰ ਮਨਾਉਣ ਦੀ। ਅਗਰ ਆਪਾਂ ਗੱਲ ਕਰੀਏ ਥੀਮ ਦੀ, ਤਾਂ ਇਸ ਸਾਲ ਥੀਮ ਕੀ ਸੀ, ਵਾਟਰ ਐਂਡ ਕਲਾਈਮੇਟ ਚੇਂਜ। ਵਰਲਡ ਵਾਟਰ ਡੇ ਦਾ ਅਤੇ ਵਰਲਡ ਮੈਟਰੋਲੋਜੀਕਲ ਡੇ ਦਾ ਜਿਹੜਾ ਥੀਮ ਹੈ ਇਸ ਸਾਲ ਦਾ ਉਹ ਸੇਮ ਸੀ। ਸੋ ਤੁਸੀਂ ਦੱਸੋਗੇ ਕਿ ਵਰਲਡ ਵਾਟਰ ਡੇ ਕਦੋਂ ਮਨਾਇਆ ਜਾਂਦਾ ਹੈ, ਸੋ ਕਮੈਂਟਸ 'ਚ ਜ਼ਰੂਰ ਦੱਸਿਓ। ਓਕੇ, World Meteorological Organization is an intergovernment organization with membership of 193 member states and union territories। ਉਹ ਤੋਂ ਬਾਅਦ ਨੈਕਸਟ ਕਰੰਟ ਅਫੇਅਰ ਹੈ ਕਿ ਐਸੀ ਕਿਹੜੀ ਸਟੇਟ ਅਸੈਂਬਲੀ ਹੈ ਜਿਹੜੀ ਕਿ ਪੇਪਰਲੈਸ ਹੋਣ ਜਾ ਰਹੀ ਹੈ, ਜਾਂ ਜਿਹੜੀ ਪੇਪਰਲੈਸ ਹੋਈ, ਐਸੀ ਫਸਟ ਸਟੇਟ ਅਸੈਂਬਲੀ ਕਿਹੜੀ ਹੈ। So, the budget session of 7th Arunachal Pradesh Legislative Assembly began. The Arunachal Pradesh Assembly went paperless on with the implementation of E-Vidhan, a project under Digital India program. With the implementation of E-Vidhan project, MLAs can access every information regarding the assembly, see the list of business and read questions and other documents pertaining to house proceeding through their laptops and tablet computers. The initiative will make all the proceeding in house paperless. So ਕਿਹੜੀ ਸਟੇਟ ਦੀ ਅਸੈਂਬਲੀ ਆ, ਅਰੁਣਾਚਲ ਪ੍ਰਦੇਸ਼। ਇੰਪੋਰਟੈਂਟ ਹੈ, ਆ ਸਕਦਾ ਹੈ ਪੇਪਰ 'ਚ। ਉਹ ਤੋਂ ਬਾਅਦ ਨੈਕਸਟ ਕਰੰਟ ਅਫੇਅਰ ਹੈ ਕਿ 108th ਇੰਡੀਅਨ ਸਾਇੰਸ ਕਾਨਗਰੈਂਸ ਜੋ ਕਿ 2021 ਦੇ ਵਿੱਚ ਆਰਗੇਨਾਈਜ਼ ਕੀਤੀ ਜਾਊਗੀ, ਉਹਨੂੰ ਹੋਸਟ ਕੌਣ ਕਰੂਗਾ, ਪੂਨੇ। ਇਹਦੇ ਉੱਪਰ ਕੁਐਸਚਨਸ ਪੁੱਛੇ ਜਾਂਦੇ ਆ ਪੇਪਰ 'ਚ, ਸੋ ਯਾਦ ਰੱਖਿਓ ਇਹਦੇ ਬਾਰੇ। ਓਕੇ, ਅਗਰ ਆਪਾਂ ਥੀਮ ਦੀ ਗੱਲ ਕਰੀਏ ਤਾਂ ਥੀਮ ਕੀ ਹੋਊਗਾ, ਸਾਇੰਸ ਐਂਡ ਟੈਕਨੋਲੋਜੀ ਫॉर ਸਸਟੇਨੇਬਲ ਡਿਵੈਲਪਮੈਂਟ ਵਿਦ ਵਿਮਨ ਇੰਪਾਵਰਮੈਂਟ। ਅਤੇ ਕਿੱਥੇ ਮਨਾਇਆ ਜਾਊਗਾ, ਸੋ ਇਹ ਪੂਨੇ ਦੇ ਵਿੱਚ ਮਨਾਇਆ ਜਾਊਗਾ। ਓਕੇ, ਅਤੇ ਕਿਹੜੀ ਯੂਨੀਵਰਸਿਟੀ ਦੇ ਵਿੱਚ ਹੋਊਗਾ, ਸਿੰਬੋਇਸਿਸ ਇੰਟਰਨੈਸ਼ਨਲ ਯੂਨੀਵਰਸਿਟੀ। ਅਤੇ ਨਾਲ ਹੀ ਇਹ ਵੀ ਇੱਕ ਵਾਰ ਰੀਡ ਕਰ ਲਓ, ਡਾਕਟਰ ਵਿਜੇ ਲక్ష్ਮੀ ਸਕਸੇਨਾ ਹੈਜ਼ ਬੀਨ ਇਲੈਕਟਿਡ ਜਨਰਲ ਪ੍ਰੈਜ਼ੀਡੈਂਟ ਆਫ ਇੰਡੀਅਨ ਸਾਇੰਸ ਕਾਨਗਰੈਸ 2021। The Science Congress has commenced in 1914 from then Calcutta with 105 members. Currently, association has more than 60,000 members from various streams of science like agriculture, archaeology, biochemistry, earth system science among others. ਤੇ fourth time ਹੈ ਕਿ ਜਿਹੜੀ ਪੂਨੇ ਹੈ ਉਹ ਇਹਨੂੰ ਆਰਗੇਨਾਈਜ਼ ਕਰੂਗੀ ਅਗਰ ਆਪਾਂ ਲਾਸਟ 100 ਈਅਰਸ 'ਚ ਦੇਖੀਏ। ਨੈਕਸਟ ਕਰੰਟ ਅਫੇਅਰ ਹੈ ਰਿਗਾਰਡਿੰਗ ਗੈਰੇਸਾਂ। ਓਕੇ, ਜਿਹੜੀ ਗੈਰੇਸਾਂ ਹੈ ਉਹਨੂੰ ਉੱਤਰਾਖੰਡ ਦੀ ਨਿਊ ਸਮਰ ਕੈਪੀਟਲ ਡਿਕਲੇਅਰ ਕੀਤਾ ਗਿਆ। ਅਗਰ ਆਪਾਂ ਗੱਲ ਕਰੀਏ ਹੁਣ ਉੱਤਰਾਖੰਡ ਦੀ ਪ੍ਰੈਜ਼ੈਂਟ ਵਿੰਟਰ ਕੈਪੀਟਲ ਕਿਹੜੀ ਹੈ, ਦੇਹਰਾਦੂਨ, ਅਤੇ ਸਮਰ ਕੈਪੀਟਲ ਕਿਹੜੀ ਹੋਊਗੀ, ਗੈਰੇਸਾਂ। ਇਹ ਤੁਸੀਂ ਦੋ ਚੀਜ਼ਾਂ ਯਾਦ ਰੱਖਣੀਆਂ ਨੇ ਇਹ ਕਰੰਟ ਅਫੇਅਰ ਦੇ ਵਿੱਚ। ਓਕੇ, ਸੋ ਇੱਕ ਵਾਰ ਆਪਾਂ ਰੀਡ ਕਰ ਲੈਂਦੇ ਹਾਂ। ਉੱਤਰਾਖੰਡ ਚੀਫ ਮਿਨਿਸਟਰ त्रिवेंद्र सिंह रावत named Garesa as the new summer capital of the state. Rawat made the announcement immediately after concluding his budget speech on the third day of assembly session conveyed in Garesa. Garesa located in, अगर आप Garesa की गल करिए तो कित्थे है, चामोली डिस्ट्रिक्ट 'ਚ है between Kamon and Garhwal regions। ओके, तो यह समर कैपिटल डिक्लेयर कर दी गई है किहड़ी स्टेट दी, उत्तराखंड। सो नैक्सट करंट अफेयर है कि 10 PSBs ਨੂੰ 4 ਦੇ ਵਿੱਚ ਮਰਜ ਕੀਤਾ ਗਿਆ। ਓਕੇ, ਸੋ ਉਹਨਾਂ ਦੇ ਨਾਮ ਯਾਦ ਰੱਖਿਓ, ਮਤਲਬ 10 PSBs ਨੂੰ 4 ਦੇ ਵਿੱਚ ਕਨਵਰਟ ਕੀਤਾ ਗਿਆ। ਸੋ ਕਿਹੜੇ ਕਿਹੜੇ ਹੈ, ਓਰੀਐਂਟਲ ਬੈਂਕ ਆਫ ਕਮਰਸ ਐਂਡ ਯੂਨਾਈਟਿਡ ਬੈਂਕ ਆਫ ਇੰਡੀਆ ਨੂੰ ਪੰਜਾਬ ਨੈਸ਼ਨਲ ਬੈਂਕ ਦੇ ਨਾਲ, ਦੈਨ ਆਂਧਰਾ ਬੈਂਕ ਐਂਡ ਕੋਆਪਰੇਸ਼ਨ ਬੈਂਕ ਨੂੰ ਯੂਨੀਅਨ ਬੈਂਕ ਆਫ ਇੰਡੀਆ ਦੇ ਨਾਲ, ਸਿੰਡੀਕੇਟ ਬੈਂਕ ਨੂੰ ਕੈਨਰਾ ਬੈਂਕ ਦੇ ਨਾਲ, ਅਤੇ ਇਲਾਹਾਬਾਦ ਬੈਂਕ ਨੂੰ ਇੰਡੀਅਨ ਬੈਂਕ ਦੇ ਨਾਲ। ਓਕੇ, ਇਹ ਨਾਮ ਯਾਦ ਰੱਖਿਓ, ਕਿਤੇ ਨਾ ਕਿਤੇ ਕਈ ਵਾਰ ਐਗਜ਼ਾਮ 'ਚ ਕੁਐਸਚਨ ਆ ਜਾਂਦਾ। ਸੋ ਇਸ ਲਈ ਲਰਨ ਕਰਨ ਦੇ ਵਿੱਚ ਹੀ ਭਲਾਈ ਹੈ। ਇਹ ਜਿਹੜੇ ਕੁਐਸਚਨਸ ਹੁੰਦੇ ਐਸੇ ਉਹ PPSC ਦੇ ਵਿੱਚ ਤਾਂ ਘੱਟ ਚਾਂਸਿਸ ਹੁੰਦੇ ਆ ਪੁੱਛਣ ਦੇ, ਬਟ ਜਿਹੜੇ ਬਾਕੀ ਡਿਪਾਰਟਮੈਂਟਲ ਐਗਜ਼ਾਮਸ ਹੁੰਦੇ ਆ ਉਹਨਾਂ ਵਿੱਚ ਪੁੱਛ ਲੈਂਦੇ ਆ ਕਈ ਵਾਰ। ਓਕੇ, ਸੋ ਅੱਜ ਲਈ ਇੰਨਾ ਹੀ, ਮਿਲਦੇ ਨੈਕਸਟ ਲੈਕਚਰ ਦੇ ਵਿੱਚ। ਆਈ ਹੋਪ ਅੱਜ ਜੋ ਵੀ ਡਿਸਕਸ ਕੀਤਾ ਤੁਹਾਨੂੰ ਸਾਰਾ ਸਮਝ ਆ ਗਿਆ ਹੋਊਗਾ। ਹੈਵ ਅ ਨਾਈਸ ਡੇ, ਥੈਂਕ ਯੂ ਸੋ ਮਚ।